Good morning, students. Today we are going to start chapter number 9 of class 9th. Students, name of the chapter is Force and Laws of Motion. Students, in this chapter we learn about the force and about the Newton's law of motion. Okay, students? So start करते हैं. First topic is what is force? हाँ जी students, force की हुंदा any push or pull is known as force. ਕਿਸੇ ਚੀਜ਼ ਨੂੰ ਪੁਸ਼ ਕਰਨਾ, ਧੱਕਾ ਦੇਣਾ ਜਾਂ ਫਿਰ ਪੁੱਲ ਕਰਨਾ, ਖਿੱਚਣਾ, ਉਹਨੂੰ ਆਪਾਂ ਕੀ ਕਹਿੰਦੇ ਆ? ਫੋਰਸ ਕਹਿੰਦੇ ਆ, ਮੀਨਸ ਬਲ। ਔਰ ਜੋ ਫੋਰਸ ਹੈ ਸਟੂਡੈਂਟਸ, ਉਹ ਵੈਕਟਰ ਕੁਆਂਟੀਟੀ ਹੁੰਦੀ ਹੈ, ਮਤਲਬ ਇਹਨੂੰ ਆਪਾਂ ਫਾਈਂਡ ਆਊਟ ਨਹੀਂ ਕਰ ਸਕਦੇ ਸਕੇਲਰ ਕੁਆਂਟੀਟੀ ਦੀ ਤਰ੍ਹਾਂ। ਐਂਡ ਫੋਰਸ ਦੀ ਯੂਨਿਟ ਕੀ ਹੁੰਦੀ ਹੈ? ਨਿਊਟਨ। ਓਕੇ ਸਟੂਡੈਂਟਸ, ਹੁਣ ਤੁਸੀਂ ਦੇਖ ਸਕਦੇ ਹੋ ਰਾਈਟ ਹੈਂਡ ਸਾਈਡ ਤੇ ਪਿਕਚਰ ਦਿੱਤੀ ਹੋਈ ਹੈ ਡਰਾਅਰ ਦੀ। ਡਰਾਅਰ ਨੂੰ ਆਪਾਂ ਕੀ ਕਰ ਰਹੇ ਹਾਂ? ਪੁੱਲ ਕਰ ਰਹੇ ਹਾਂ। ਔਰ ਨੀਚੇ ਬਾਸਕਿਟ ਹੈ, ਟਰੋਲੀ ਹੈ ਇੱਕ, ਜਿਹਦੇ ਵਿੱਚ ਕੀ ਹੈ? ਫਰੂਟਸ ਨੇ, ਵੈਜੀਟੇਬਲਸ ਨੇ, ਹੋਰ ਸਮਾਨ ਆ। ਉਹਨੂੰ ਉਹ ਕੀ ਕਰ ਰਿਹਾ ਵਾ? ਬॉय ਜੋ ਹੈ ਪੁਸ਼ ਕਰ ਰਿਹਾ। ਓਕੇ ਸਟੂਡੈਂਟਸ, ਇਹੀ ਪੁਸ਼ ਔਰ ਪੁੱਲ ਨੂੰ ਆਪਾਂ ਕੀ ਕਹਿੰਦੇ ਆ? ਫੋਰਸ ਕਹਿੰਦੇ ਆ। ਨੈਕਸਟ ਇਜ਼ ਇਫੈਕਟਸ ਆਫ ਫੋਰਸ। ਹਾਂਜੀ ਸਟੂਡੈਂਟਸ, ਫੋਰਸ ਦੇ ਇਫੈਕਟ ਕੀ ਹੁੰਦੇ ਨੇ? ਇਫੈਕਟ ਹੁੰਦੇ ਨੇ ਫੋਰਸ ਕੈਨ ਚੇਂਜ ਦਾ ਸ਼ੇਪ ਆਫ ਐਨ ਆਬਜੈਕਟ। ਜੋ ਫੋਰਸ ਹੁੰਦਾ ਉਹ ਕਿਸੇ ਵੀ ਆਬਜੈਕਟ ਦੀ ਸ਼ੇਪ ਚੇਂਜ ਕਰ ਸਕਦਾ। ਫੋਰਸ ਚੇਂਜ ਦਾ ਡਾਇਰੈਕਸ਼ਨ ਆਫ ਐਨ ਆਬਜੈਕਟ। ਫੋਰਸ ਦੇ ਨਾਲ ਕਿਸੇ ਵੀ ਆਬਜੈਕਟ ਦੀ ਡਾਇਰੈਕਸ਼ਨ, ਦਿਸ਼ਾ ਜੋ ਹੈ ਉਹ ਚੇਂਜ ਹੋ ਸਕਦੀ ਆ। ਫੋਰਸ ਚੇਂਜ ਦਾ ਸਟੇਟ ਆਫ ਮੋਸ਼ਨ ਆਫ ਐਨ ਆਬਜੈਕਟ। ਫੋਰਸ ਦੇ ਨਾਲ ਕਿਸੇ ਵੀ ਆਬਜੈਕਟ ਦੀ ਸਟੇਟ ਆਫ ਮੋਸ਼ਨ ਜੋ ਹੈ ਉਹ ਚੇਂਜ ਹੋ ਸਕਦੀ ਆ। ਬਾਏ ਅਪਲਾਈਂਗ ਫੋਰਸ ਵੀ ਕੈਨ ਚੇਂਜ ਦਾ ਸਾਈਜ਼ ਆਫ ਐਨ ਆਬਜੈਕਟ। ਫੋਰਸ ਅਪਲਾਈ ਕਰਕੇ ਅਸੀਂ ਕਿਸੇ ਵੀ ਆਬਜੈਕਟ ਦਾ ਸਾਈਜ਼ ਵੀ ਚੇਂਜ ਕਰ ਸਕਦੇ ਹਾਂ। ਓਕੇ ਸਟੂਡੈਂਟਸ, ਹਾਂਜੀ ਸਭ ਤੋਂ ਉੱਪਰ ਰਾਈਟ ਹੈਂਡ ਸਾਈਡ ਪਿਕਚਰ ਦਿੱਤੀ ਹੈ, ਬਾਲ ਹੈ। ਬਾਲ ਨੂੰ ਪ੍ਰੈਸ ਕਰਨਾ ਮੀਨਸ ਫੋਰਸ ਲਗਾ ਕੇ ਆਬਜੈਕਟ ਦੀ ਸ਼ੇਪ ਨੂੰ ਚੇਂਜ ਕਰਨਾ। ਓਕੇ ਸਟੂਡੈਂਟਸ, ਉਸ ਦੇ ਨੀਚੇ ਹਾਕੀ ਹੈ, ਹਾਕੀ ਦੇ ਕੋਲ ਬਾਲ ਹੈ। ਇਹਦਾ ਮੀਨਿੰਗ ਹੋਇਆ ਕਿ ਫੋਰਸ ਲਗਾਉਣ ਨਾਲ ਜੋ ਬਾਲ ਆ ਉਹਦੀ ਡਾਇਰੈਕਸ਼ਨ ਵੀ ਚੇਂਜ ਹੋ ਸਕਦੀ ਹੈ ਔਰ ਉਹਦੀ ਸਟੇਟ ਆਫ ਮੋਸ਼ਨ ਵੀ ਚੇਂਜ ਹੋ ਸਕਦੀ ਹੈ। ਮਤਲਬ ਅਗਰ ਬਾਲ ਰੈਸਟ 'ਚ ਆ ਤਾਂ ਜੇ ਉਹਨੂੰ ਹਿੱਟ ਕਰਾਂਗੇ ਹਾਕੀ ਦੇ ਨਾਲ ਤਾਂ ਉਹ ਮੋਸ਼ਨ ਦੇ ਵਿੱਚ ਆ ਜਾਊਗੀ। ਅਗਰ ਮੋਸ਼ਨ ਦੇ ਵਿੱਚ ਆ, ਦੁਬਾਰਾ ਹਿੱਟ ਕਰਾਂਗੇ ਤਾਂ ਜੋ ਉਹਦੀ ਐਕਸਲਰੇਸ਼ਨ ਆ ਉਹ ਹੋਰ ਜ਼ਿਆਦਾ ਫਾਸਟ ਹੋ ਜਾਊਗੀ। ਓਕੇ ਸਟੂਡੈਂਟਸ, ਫਿਰ ਉਸ ਦੇ ਨਾਲ ਹੀ ਸਪਰਿੰਗ ਵਾਲੀ ਡਾਇਗਰਾਮ ਹੈ, ਉਹਦੇ ਵਿੱਚ ਕੀ ਆ? ਫੋਰਸ ਲਗਾਉਣ ਨਾਲ ਜੋ ਸਪਰਿੰਗ ਆ ਉਹਦਾ ਸਾਈਜ਼ ਚੇਂਜ ਹੋ ਗਿਆ। ਓਕੇ ਸਟੂਡੈਂਟਸ, ਹਾਂਜੀ ਸਟੂਡੈਂਟਸ, ਨੈਕਸਟ ਟੌਪਿਕ ਹੈ ਟਾਈਪਸ ਆਫ ਫੋਰਸਿਸ। ਸਟੂਡੈਂਟਸ, ਫੋਰਸ ਦੀਆਂ ਮੇਨਲੀ 2 ਟਾਈਪਸ ਹੁੰਦੀਆਂ ਨੇ, ਬੈਲੈਂਸਡ ਫੋਰਸ ਐਂਡ ਸੈਕੰਡ ਇਜ਼ ਅਨਬੈਲੈਂਸਡ ਫੋਰਸ। ਬੈਲੈਂਸਡ ਫੋਰਸ ਹੁੰਦਾ ਸਟੂਡੈਂਟਸ ਵੈਨ ਫੋਰਸ ਫਰੋਮ ਬੋਥ ਸਾਈਡਸ ਇਜ਼ ਇਕੁਅਲ ਐਂਡ net force on object is 0, it is said to be balanced force। ਬੈਲੈਂਸ ਫੋਰਸ ਕੀ ਹੁੰਦਾ ਸਟੂਡੈਂਟਸ? ਰਾਈਟ ਹੈਂਡ ਸਾਈਡ ਉੱਪਰ ਪਿਕਚਰ ਦਿੱਤੀ ਹੈ, ਉਹਦੇ ਵਿੱਚ ਦੇਖੋ ਬਾਕਸ ਹੈ, ਬਾਕਸ ਦੇ ਦੋਨੋਂ ਸਾਈਡ ਹੈਂਡ ਨੇ, ਮੀਨਸ ਫੋਰਸ ਦੋਨੋਂ ਸਾਈਡ ਤੋਂ ਲੱਗ ਰਿਹਾ। ਔਰ ਜਦੋਂ ਦੋਨੋਂ ਸਾਈਡ ਤੋਂ ਫੋਰਸ ਲੱਗਦਾ ਹੋਵੇ ਤਾਂ ਟੋਟਲ ਜੋ ਨੈਟ ਫੋਰਸ ਹੁੰਦਾ ਉਹ 0 ਹੋ ਜਾਂਦਾ। ਕਿਉਂਕਿ ਬੋਥ ਸਾਈਡ ਤੋਂ ਇਕੁਅਲ ਫੋਰਸ ਲੱਗਦਾ। ਇਕੁਅਲ ਫੋਰਸ ਲੱਗਣ ਦੇ ਨਾਲ ਬਾਕਸ ਜੋ ਹੈ ਉਹ ਮੂਵ ਨਹੀਂ ਕਰਦਾ ਔਰ ਇਸੇ ਫੋਰਸ ਨੂੰ ਆਪਾਂ ਕੀ ਕਹਿੰਦੇ ਆ? ਬੈਲੈਂਸ ਫੋਰਸ ਕਹਿੰਦੇ ਆ। ਓਕੇ ਸਟੂਡੈਂਟਸ, ਅਨਬੈਲੈਂਸ ਫੋਰਸ ਕੀ ਹੁੰਦਾ? ਵੈਨ ਫੋਰਸ ਫਰੋਮ ਬੋਥ ਸਾਈਡਸ ਇਜ਼ ਨਾਟ ਇਕੁਅਲ ਇਟ ਇਜ਼ ਸੈਡ ਟੂ ਬੀ ਅਨਬੈਲੈਂਸ ਫੋਰਸ। ਜਦੋਂ ਜੋ ਫੋਰਸ ਹੈ ਉਹ ਦੋਨੋਂ ਸਾਈਡ ਤੋਂ ਇਕੁਅਲ ਨਹੀਂ ਹੁੰਦਾ। ਜਿਵੇਂ ਕਿ ਨੀਚੇ ਜੋ ਹੈ ਪਿਕਚਰ ਦਿੱਤੀ ਹੈ, ਉਹਦੇ ਵਿੱਚ ਦੇਖੋ ਬਾਕਸ ਹੈ, ਉਹਦੇ ਤੇ ਦੋਨੋਂ ਸਾਈਡ ਤੋਂ ਜੋ ਹੈ ਫੋਰਸ ਨਹੀਂ ਅਪਲਾਈ ਹੋ ਰਿਹਾ, ਇੱਕ ਸਾਈਡ ਤੋਂ 2 ਜਣੇ ਫੋਰਸ ਲਗਾ ਰਹੇ ਨੇ। ਓਕੇ ਸਟੂਡੈਂਟਸ, ਮਤਲਬ ਇੱਕ ਸਾਈਡ ਤੇ 2 ਜਣੇ ਫੋਰਸ ਅਪਲਾਈ ਕਰ ਰਹੇ ਨੇ, ਦੂਸਰੀ ਸਾਈਡ ਤੇ ਕੋਈ ਵੀ ਫੋਰਸ ਅਪਲਾਈ ਨਹੀਂ ਕਰ ਰਿਹਾ। ਇਟ ਮੀਨਸ ਇਹ ਕੀ ਆ? ਅਨਬੈਲੈਂਸਡ ਫੋਰਸ ਆ। ਓਕੇ ਸਟੂਡੈਂਟਸ, ਔਰ ਇੱਦਾਂ ਦੇ ਫੋਰਸ 'ਚ ਜਦੋਂ ਵੀ ਕੋਈ ਚੀਜ਼ ਹੈ ਉਹਦੇ ਤੇ ਫੋਰਸ ਲਗਾਇਆ ਜਾਂਦਾ ਇੱਕ ਸਾਈਡ ਤੋਂ ਤਾਂ ਉਹ ਚੀਜ਼ ਮੂਵ ਕਰਦੀ ਆ। ਔਰ ਜਦੋਂ ਵੀ ਕੋਈ ਆਬਜੈਕਟ ਗਰਾਊਂਡ ਤੇ ਮੂਵ ਕਰਦਾ ਸਟੂਡੈਂਟਸ ਤਾਂ ਉਹਦਾ ਜੋ ਫ੍ਰਿਕਸ਼ਨਲ ਫੋਰਸ ਹੁੰਦਾ ਅਰਥ ਦਾ, ਤਾਂ ਉਹ ਕੀ ਆ? ਓਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਹੁੰਦਾ। ਓਕੇ ਸਟੂਡੈਂਟ, ਹਾਂਜੀ ਸਟੂਡੈਂਟਸ, ਪਿਕਚਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬਾਕਸ ਦੇ ਉੱਪਰਲੀ ਸਰਫੇਸ ਤੇ ਬਲੈਕ ਐਰੋ ਹੈ ਐਂਡ ਨੀਚੇ ਵਾਲੀ ਸਰਫੇਸ ਤੇ ਬਲੈਕ ਐਰੋ ਦੀ ਡਾਇਰੈਕਸ਼ਨ ਚੇਂਜ ਹੈ। ਓਕੇ ਸਟੂਡੈਂਟਸ, ਇਟ ਮੀਨਸ ਜਿੱਧਰ ਨੂੰ ਇਹ ਬਾਕਸ ਮੂਵ ਕਰ ਰਿਹਾ ਫ੍ਰਿਕਸ਼ਨਲ ਫੋਰਸ ਉਸ ਤੋਂ ਓਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਐਕਟ ਹੋ ਰਿਹਾ। ਓਕੇ ਸਟੂਡੈਂਟਸ, ਨੈਕਸਟ ਹੈ ਨਿਊਟਨਸ ਫਰਸਟ ਲਾਅ ਆਫ ਮੋਸ਼ਨ। ਨਿਊਟਨਸ ਦਾ ਫਰਸਟ ਲਾਅ ਆਫ ਮੋਸ਼ਨ ਕੀ ਕਹਿੰਦਾ ਸਟੂਡੈਂਟਸ? ਅਕੋਰਡਿੰਗ ਟੂ ਨਿਊਟਨਸ ਫਰਸਟ ਲਾਅ ਆਫ ਮੋਸ਼ਨ ਐਨ ਆਬਜੈਕਟ do not change its state of rest or motion until no external force is applied on it। ਕੋਈ ਵੀ ਆਬਜੈਕਟ ਸਟੂਡੈਂਟਸ ਉਦੋਂ ਤੱਕ ਆਪਣੀ ਸਟੇਟ ਆਫ ਰੈਸਟ ਜਾਂ ਸਟੇਟ ਆਫ ਮੋਸ਼ਨ ਨੂੰ ਚੇਂਜ ਨਹੀਂ ਕਰਦਾ ਜਦੋਂ ਤੱਕ ਉਹਦੇ ਤੇ ਆਪਾਂ ਐਕਸਟਰਨਲ ਫੋਰਸ ਅਪਲਾਈ ਨਹੀਂ ਕਰਦੇ। ਫੋਰ ਐਗਜ਼ਾਮਪਲ ਕੋਈ ਫੁੱਟਬਾਲ ਹੈ, ਇੱਧਰ ਪਿਕਚਰ ਵੀ ਦਿੱਤੀ ਹੋਈ ਹੈ ਉੱਪਰ ਦੇਖੋ।
ਫੁੱਟਬਾਲ ਹੈ ਉਹ ਪਹਿਲਾਂ ਵੈਸੇ ਹੀ ਪਈ ਹੈ, ਜਦ ਤੱਕ ਉਹਦੇ ਤੇ ਫੋਰਸ ਨਹੀਂ ਅਪਲਾਈ ਹੋ ਰਿਹਾ ਉਹ ਰੈਸਟ 'ਚ ਹੈ। ਫਿਰ ਉਹਨੂੰ ਮੋਸ਼ਨ 'ਚ ਲਿਆਉਣ ਲਈ ਆਪਾਂ ਨੂੰ ਕੀ ਕਰਨਾ ਪਊਗਾ, ਫੋਰਸ ਅਪਲਾਈ ਕਰਨਾ ਪਊਗਾ। ਫੋਰਸ ਅਪਲਾਈ ਕਰਾਂਗੇ ਆਪਾਂ ਫੁੱਟ ਦੇ ਨਾਲ ਉਹਨੂੰ ਕਿੱਕ ਕਰਾਂਗੇ ਤਾਂ ਮੋਸ਼ਨ ਦੇ ਵਿੱਚ ਆਊਗੀ। ਫਿਰ ਦੁਬਾਰਾ ਫੋਰਸ ਲਗਾਵਾਂਗੇ, ਦੁਬਾਰਾ ਕਿੱਕ ਕਰਾਂਗੇ ਤਾਂ ਉਹਦਾ ਮੋਸ਼ਨ ਦਾ ਜੋ ਹੈ ਐਕਸਲੇਰੇਸ਼ਨ ਹੈ ਉਹ ਹੋਰ ਜ਼ਿਆਦਾ ਤੇਜ਼ ਹੋ ਜੂ, ਮਤਲਬ ਜੋ ਫੁੱਟਬਾਲ ਹੈ ਹੋਰ ਤੇਜ਼ੀ ਦੇ ਨਾਲ ਫਾਸਟ ਹੋ ਕੇ ਜਾਊਗੀ। ਇਟ ਮੀਨਸ ਕੀ ਆ ਕਿ ਕੋਈ ਵੀ ਆਬਜੈਕਟ ਜੋ ਹੈ ਉਹਦੀ ਸਟੇਟ ਚੇਂਜ ਕਰਨ ਲਈ, ਚਾਹੇ ਉਹ ਰੈਸਟ ਦੇ ਵਿੱਚ ਹੈ ਚਾਹੇ ਉਹ ਮੋਸ਼ਨ ਦੇ ਵਿੱਚ ਹੈ, ਐਕਸਟਰਨਲ ਫੋਰਸ ਦੀ ਜ਼ਰੂਰਤ ਹੁੰਦੀ ਹੈ। ਓਕੇ ਸਟੂਡੈਂਟਸ, ਨੀਚੇ ਦੂਸਰੀ ਡਾਇਗਰਾਮ ਦੇਖੋ, ਬਾਕਸ ਹੈ ਉਹਨੂੰ ਮੂਵ ਕਰ ਰਿਹਾ ਇੱਕ ਬॉय, ਤਾਂ ਮੂਵ ਕਰਨਾ ਮਤਲਬ ਜਦੋਂ ਉਹਦੇ ਤੇ ਫੋਰਸ ਅਪਲਾਈ ਕਰੇਗਾ ਉਦੋਂ ਹੀ ਉਹ ਮੂਵ ਕਰੇਗਾ, ਮਤਲਬ ਬਾਕਸ ਜੋ ਹੈ ਉਦੋਂ ਹੀ ਐਕਸਲਰੇਟ ਕਰੇਗਾ। ਅਗਰ ਫੋਰਸ ਅਪਲਾਈ ਨਹੀਂ ਹੋਊਗਾ ਤਾਂ ਬਾਕਸ ਰੈਸਟ ਦੇ ਵਿੱਚ ਹੀ ਰਹੇਗਾ। ਓਕੇ ਸਟੂਡੈਂਟਸ, ਨੈਕਸਟ ਹੈ ਇਨਰਸ਼ੀਆ ਐਂਡ ਮਾਸ। ਹਾਂਜੀ ਸਟੂਡੈਂਟਸ, ਇਨਰਸ਼ੀਆ ਕੀ ਹੁੰਦਾ? Inertia is the natural tendency of an object to resist a change in its state of motion or of rest. Inertia ਦਾ ਮਤਲਬ ਹੁੰਦਾ ਸਟੂਡੈਂਟਸ ਜਦੋਂ ਕੋਈ ਆਬਜੈਕਟ ਆ ਅਗਰ ਉਹ ਰੈਸਟ ਦੇ ਵਿੱਚ ਆ ਤਾਂ ਉਹ ਰੈਸਟ ਦੇ ਵਿੱਚ ਹੀ ਰਹਿਣਾ ਚਾਹੂ, ਅਗਰ ਉਹ ਮੋਸ਼ਨ ਦੇ ਵਿੱਚ ਆ ਤਾਂ ਉਹ ਮੋਸ਼ਨ ਦੇ ਵਿੱਚ ਹੀ ਰਹਿਣਾ ਚਾਹੇਗਾ। ਅਗਰ ਉਹ ਆਬਜੈਕਟ ਰੈਸਟ 'ਚ ਆ ਸਟੂਡੈਂਟਸ ਤਾਂ ਉਹ ਮੋਸ਼ਨ ਦੇ ਵਿੱਚ ਆਉਣ ਤੋਂ ਜੋ ਹੈ ਪਰਹੇਜ਼ ਕਰੇਗਾ, ਅਗਰ ਉਹ ਮੋਸ਼ਨ 'ਚ ਆ ਤਾਂ ਉਹ ਰੈਸਟ ਦੇ ਵਿੱਚ ਨਹੀਂ ਆਉਣਾ ਚਾਹੇਗਾ। ਇਹਨੂੰ ਆਪਾਂ ਕੀ ਕਹਿੰਦੇ ਆ? ਇਨਰਸ਼ੀਆ ਕਹਿੰਦੇ ਆ। ਔਰ ਕਿਸੇ ਵੀ ਆਬਜੈਕਟ ਦਾ ਜੋ ਇਨਰਸ਼ੀਆ ਹੁੰਦਾ ਸਟੂਡੈਂਟਸ ਉਹ ਮਾਸ 'ਤੇ ਡਿਪੈਂਡ ਕਰਦਾ ਹੁੰਦਾ। ਜੇ ਮਾਸ ਜ਼ਿਆਦਾ ਹੋਊਗਾ ਤਾਂ ਇਨਰਸ਼ੀਆ ਵੀ ਆਬਜੈਕਟ ਦਾ ਜ਼ਿਆਦਾ ਹੁੰਦਾ। ਓਕੇ ਸਟੂਡੈਂਟਸ, ਉੱਪਰ ਤੁਸੀਂ ਦੇਖੋ 2 ਗਲਾਸਿਸ ਵਾਲੀ ਪਿਕਚਰ ਹੈ। ਗਲਾਸ ਦੇ ਉੱਪਰ ਇੱਕ ਕਾਰਡ ਰੱਖਿਆ, ਕਾਰਡ ਦੇ ਉੱਪਰ ਇੱਕ ਕੋਇਨ ਹੈ। ਠੀਕ ਹੈ, ਦੋਨੋਂ ਚੀਜ਼ਾਂ ਜੋ ਨੇ ਰੈਸਟ ਦੇ ਵਿੱਚ ਨੇ, ਕਾਰਡ ਵੀ ਔਰ ਕੋਇਨ ਵੀ। ਜਦੋਂ ਆਪਾਂ ਜੋ ਕਾਰਡ ਹੈ ਉਹਨੂੰ ਫਲਿੱਕ ਕਰਾਂਗੇ ਜਾਂ ਫਿਰ ਉਹਦੇ 'ਤੇ ਫੋਰਸ ਅਪਲਾਈ ਕਰਾਂਗੇ ਤਾਂ ਕਾਰਡ ਜੋ ਹੈ ਮੂਵ ਕਰੇਗਾ, ਪਰ ਜੋ ਕੋਇਨ ਹੈ ਉਹ ਗਲਾਸ ਦੇ ਵਿੱਚ ਗਿਰ ਜਾਏਗਾ। ਦੇਖੋ ਤੁਸੀਂ ਇੱਥੇ ਗਿਰਿਆ ਦਿਖਾਇਆ ਵੀ ਹੋਇਆ, ਕਿਉਂ? ਕਿਉਂਕਿ ਜੋ ਕੋਇਨ ਸੀ ਉਹ ਰੈਸਟ ਦੇ ਵਿੱਚ ਸੀ, ਉਹ ਮੋਸ਼ਨ ਦੇ ਵਿੱਚ ਨਹੀਂ ਆਉਣਾ ਚਾਹੁੰਦਾ ਸੀ, ਇਸੇ ਲਈ ਇਨਰਸ਼ੀਆ ਕਰਕੇ ਉਹ ਗਲਾਸ ਦੇ ਅੰਦਰ ਗਿਰ ਗਿਆ। ਓਕੇ ਸਟੂਡੈਂਟਸ, ਫਿਰ ਉਹਦੇ ਨੀਚੇ ਕਾਰ ਵਾਲੀ ਪਿਕਚਰ ਦੇਖੋ ਸਟੂਡੈਂਟਸ, ਕਾਰ ਵੀ ਮੋਸ਼ਨ 'ਚ ਆ, ਉਹਦੇ ਉੱਪਰ ਇੱਕ ਚੀਜ਼ ਪਈ ਆ, ਕੋਈ ਵੀ ਥਿੰਗ ਹੈ। ਓਕੇ, ਟੀਵੀ ਹੈ, ਰੇਡੀਓ ਹੈ, ਉਹ ਵੀ ਕੀ ਹੈ? ਮੋਸ਼ਨ ਦੇ ਵਿੱਚ ਹੈ। ਜਦੋਂ ਕਾਰ ਸਟਾਪ ਹੋਈ ਤਾਂ ਜੋ ਉਹਦੇ ਉੱਪਰ ਉਹ ਥਿੰਗ ਪਈ ਸੀ, ਟੀਵੀ ਜਾਂ ਰੇਡੀਓ ਸੀ, ਉਹ ਮੋਸ਼ਨ ਦੇ ਵਿੱਚ ਸੀ। ਓਕੇ ਸਟੂਡੈਂਟਸ, ਤਾਂ ਉਹ ਰੈਸਟ ਦੇ ਵਿੱਚ ਨਹੀਂ ਆਉਣਾ ਚਾਹੁੰਦਾ ਸੀ, ਇਸੇ ਲਈ ਆਪਣੇ ਇਨਰਸ਼ੀਆ ਕਰਕੇ ਉਹਨੇ ਆਪਣੀ ਮੋਸ਼ਨ ਦੀ ਸਟੇਟ ਨੂੰ ਬਣਾਉਣ ਰੱਖਣ ਕਰਕੇ ਕੀ ਆ, ਉਹ ਕਾਰ ਤੋਂ ਨੀਚੇ ਗਿਰ ਗਿਆ। ਓਕੇ ਸਟੂਡੈਂਟਸ, ਕਿਉਂ ਗਿਰਿਆ? ਕਿਉਂਕਿ ਉਹ ਆਬਜੈਕਟ ਰੈਜ਼ਿਸਟ ਕਰ ਰਿਹਾ ਸੀ ਕਿ ਉਹ ਮੋਸ਼ਨ ਦੇ ਵਿੱਚ, ਉਹ ਰੈਸਟ ਦੇ ਵਿੱਚ ਨਹੀਂ ਆਉਣਾ ਚਾਹੁੰਦਾ ਸੀ। ਓਕੇ ਸਟੂਡੈਂਟਸ, ਹਾਂਜੀ ਫਿਰ ਨੈਕਸਟ ਪਿਕਚਰ ਦੇਖੋ, ਕਾਰਪੇਟ ਹੈ ਸਟੂਡੈਂਟਸ। ਜਦੋਂ ਆਪਾਂ ਕਾਰਪੇਟ ਨੂੰ ਬੀਟ ਕਰਾਂਗੇ ਤਾਂ ਉਹਦੇ ਵਿੱਚ ਡਸਟ ਪਾਰਟੀਕਲਸ ਬਾਹਰ ਆ ਜਾਂਦੇ ਨੇ। ਕਿਉਂ ਆਉਂਦੇ ਨੇ? ਕਿਉਂਕਿ ਜੋ ਕਾਰਪੇਟ ਹੁੰਦਾ ਉਹ ਕੀ ਹੈ? ਰੈਸਟ ਦੇ ਵਿੱਚ ਹੁੰਦਾ। ਜਦੋਂ ਆਪਾਂ ਉਹਨੂੰ ਬੀਟ ਕਰਦੇ ਹਾਂ ਤਾਂ ਉਹ ਮੋਸ਼ਨ ਦੇ ਵਿੱਚ ਆ ਜਾਂਦਾ। ਪਹਿਲਾਂ ਕਾਰਪੇਟ ਰੈਸਟ ਦੇ ਵਿੱਚ ਸੀ, ਉਹਦੇ ਅੰਦਰ ਜੋ ਡਸਟ ਪਾਰਟੀਕਲ ਸੀ ਉਹ ਵੀ ਰੈਸਟ 'ਚ ਸੀ। ਓਕੇ ਸਟੂਡੈਂਟਸ, ਜਦੋਂ ਆਪਾਂ ਕਾਰਪੇਟ ਨੂੰ ਬੀਟ ਕਰਨਾ ਸਟਾਰਟ ਕਰਤਾ ਕਿਸੇ ਵੀ ਸਟਿਕ ਦੇ ਨਾਲ ਤਾਂ ਜੋ ਕਾਰਪੇਟ ਹੈ ਮੋਸ਼ਨ ਦੇ ਵਿੱਚ ਆ ਗਿਆ, ਪਰ ਡਸਟ ਪਾਰਟੀਕਲਸ ਰੈਜ਼ਿਸਟ ਕਰ ਰਹੇ ਸੀ, ਉਹ ਰੈਸਟ 'ਚ ਸੀ, ਇਸ ਲਈ ਉਹ ਮੋਸ਼ਨ 'ਚ ਨਹੀਂ ਆਉਣਾ ਚਾਹੁੰਦੇ ਸੀ, ਇਸੇ ਲਈ ਰੈਸਟ ਦੇ ਵਿੱਚ ਹੀ ਰਹਿਣ ਕਰਕੇ ਕੀ ਆ, ਉਹ ਕਾਰਪੇਟ ਤੋਂ ਬਾਹਰ ਆ ਜਾਂਦੇ ਨੇ। ਕਿਉਂ ਆਉਂਦੇ ਨੇ? ਇਨਰਸ਼ੀਆ ਕਰਕੇ। ਓਕੇ ਸਟੂਡੈਂਟਸ, ਇਹੀ ਪ੍ਰੋਸੈਸ ਨੂੰ ਆਪਾਂ ਕੀ ਕਹਿੰਦੇ ਆ? ਇਨਰਸ਼ੀਆ ਕਹਿੰਦੇ ਆ, ਜਿਹਦੇ ਵਿੱਚ ਕੋਈ ਵੀ ਆਬਜੈਕਟ ਅਗਰ ਰੈਸਟ 'ਚ ਆ ਤਾਂ ਉਹ ਮੋਸ਼ਨ 'ਚ ਆਉਣ ਤੋਂ ਅਵੋਇਡ ਕਰਦਾ, ਅਗਰ ਉਹ ਮੋਸ਼ਨ 'ਚ ਆ ਤਾਂ ਉਹ ਰੈਸਟ ਵਿੱਚ ਆਉਣ ਤੋਂ ਅਵੋਇਡ ਕਰਦਾ। ਓਕੇ ਸਟੂਡੈਂਟਸ, ਨੈਕਸਟ ਹੈ ਨਿਊਟਨ ਸੈਕਿੰਡ ਲਾਅ ਆਫ ਮੋਸ਼ਨ। ਨਿਊਟਨਸ ਦਾ ਸੈਕਿੰਡ ਲਾਅ ਆਫ ਮੋਸ਼ਨ ਕੀ ਕਹਿੰਦਾ ਸਟੂਡੈਂਟਸ? ਅਕੋਰਡਿੰਗ ਟੂ ਨਿਊਟਨ ਸੈਕਿੰਡ ਲਾਅ ਆਫ ਮੋਸ਼ਨ, acceleration of an object is directly proportional to force applied on an object and inversely proportional to mass of an object. ਨਿਊਟਨਸ ਦਾ ਸੈਕਿੰਡ ਲਾਅ ਕਹਿ ਰਿਹਾ ਸਟੂਡੈਂਟਸ ਕਿ ਕੋਈ ਵੀ ਆਬਜੈਕਟ ਆ ਜੋ ਮੋਸ਼ਨ ਦੇ ਵਿੱਚ ਆ ਤਾਂ ਜੋ ਉਹਦਾ ਮੋਸ਼ਨ ਆ ਉਹਦੀ ਜੋ ਐਕਸਲਰੇਸ਼ਨ ਆ, ਮਤਲਬ ਅਗਰ ਕੋਈ ਚੀਜ਼ ਮੋਸ਼ਨ ਦੇ ਵਿੱਚ ਆ ਤਾਂ ਮਤਲਬ ਉਹ ਐਕਸਲਰੇਟ ਕਰ ਰਹੀ ਹੈ। ਓਕੇ, ਐਕਸਲਰੇਸ਼ਨ ਦਾ ਮੀਨਿੰਗ ਆ ਵੀ ਉਹ ਵੈਲੋਸਿਟੀ ਦੇ ਨਾਲ ਮੂਵ ਕਰ ਰਹੀ ਹੈ, ਚੱਲ ਰਹੀ ਹੈ। ਠੀਕ ਹੈ, ਮੂਵਮੈਂਟ ਦੇ ਵਿੱਚ ਆ। ਤਾਂ ਕਿਸੇ ਵੀ ਆਬਜੈਕਟ ਦੀ ਜੋ ਐਕਸਲਰੇਸ਼ਨ ਹੁੰਦੀ ਆ, ਮਤਲਬ ਜੋ ਉਹਦੀ ਗਤੀ ਹੁੰਦੀ ਆ, ਚਾਲ ਹੁੰਦੀ ਆ, ਉਹ ਡਾਇਰੈਕਟਲੀ ਪ੍ਰੋਪੋਰਸ਼ਨਲ ਹੁੰਦੀ ਆ ਫੋਰਸ ਦੇ। ਕਿਉਂ? ਕਿਉਂਕਿ ਅਗਰ ਆਪਾਂ ਕਿਸੇ ਵੀ ਆਬਜੈਕਟ ਦੇ ਉੱਪਰ ਫੋਰਸ ਅਪਲਾਈ ਕਰਾਂਗੇ ਫਿਰ ਹੀ ਉਹ ਐਕਸਲਰੇਟ ਕਰੂਗਾ, ਫਿਰ ਹੀ ਉਹ ਮੂਵ ਕਰੂਗਾ। ਔਰ ਇਹ ਚੀਜ਼ ਜੋ ਐਕਸਲਰੇਸ਼ਨ ਆ ਇਹ ਕਿਸੇ ਵੀ ਆਬਜੈਕਟ ਦੇ ਮਾਸ ਦੇ ਇਨਵਰਸਲੀ ਪ੍ਰੋਪੋਰਸ਼ਨਲ ਹੁੰਦੀ ਆ, ਕਿਉਂਕਿ ਮਾਸ ਜਿੰਨਾ ਮਰਜ਼ੀ ਹੋਵੇ ਸਟੂਡੈਂਟਸ, ਅਗਰ ਆਪਣੇ ਕੋਲ ਕੋਈ ਟਰਾਲੀ ਹੈ ਉਹਦੇ ਵਿੱਚ ਇੱਕ ਬਾਕਸ ਹੈ ਤਾਂ ਆਪਾਂ ਘੱਟ ਫੋਰਸ ਲਗਾਵਾਂਗੇ ਔਰ ਉਹ ਜੋ ਟਰਾਲੀ ਆ ਉਹ ਐਕਸਲਰੇਟ ਹੋਣੀ ਸ਼ੁਰੂ ਹੋ ਜੂਗੀ। ਓਕੇ, ਫਿਰ
अगर ट्रॉली ਦੇ ਵਿੱਚ ਇੱਕ ਦੀ ਜਗ੍ਹਾ 2 ਬਾਕਸ ਆ ਜਾਣਗੇ ਸਟੂਡੈਂਟਸ ਫਿਰ ਆਪਾਂ ਨੂੰ ਫੋਰਸ ਜ਼ਿਆਦਾ ਲਗਾਉਣਾ ਪਊਗਾ ਫਿਰ ਵੀ ਉਹ ਟਰਾਲੀ ਐਕਸਲਰੇਟ ਹੋਊਗੀ ਓਕੇ ਤਾਂ ਇਹਦਾ ਮਤਲਬ ਕੀ ਆ ਜਿੰਨਾ ਫੋਰਸ ਲਗਾਵਾਂਗੇ ਓਨੀ ਹੀ ਚੀਜ਼ ਐਕਸਲਰੇਟ ਕਰੂਗੀ ਘੱਟ ਫੋਰਸ ਲਗਾਵਾਂਗੇ ਤਾਂ ਘੱਟ ਐਕਸਲਰੇਟ ਕਰੂਗੀ ज़्यादा फोर्स लगावांगे तो ज़्यादा एक्सेलरेट करूगी और यही चीज़ की है सैकेंड लॉ कह रहा वा ओके स्टूडेंट्स इसे लिए एक्सेलरेशन डायरैक्टली प्रोपोर्शनल आ फोर्स दे ना कि मास दे क्योंकि मास के अकॉर्डिंग आप सिर्फ फोर्स देख सकते हैं कि अगर मास घट है ऑब्जैक्ट का तो आप घट फोर्स अप्लाई करांगे अगर ज़्यादा तो ज़्यादा फोर्स अप्लाई करांगे ओके स्टूडेंट्स पिक्चर है वह भी तुसीं देख सकते हो मास जो है अगर घट फोर्स अप्लाई कर रहे हैं तो एक्सेलरेशन होगी अगर ज़्यादा फोर्स अप्लाई करांगे तो एक्सेलरेशन ऑटोमैटिक ज़्यादा होगी क्यों होगी क्योंकि दोनों एक दूसरे के डायरैक्टली प्रोपोर्शनल ने ओके स्टूडेंट्स फिर फार्मूला लिखा होया F इज इक्वल टू एम ए F मीनस फोर्स M मीनस मास A मीनस एक्सेलरेशन ओके सो एक्सेलरेशन इज डायरैक्टली प्रोपोर्शनल टू फोर्स स्टूडेंट्स हुण आपां हाफ चैप्टर जो है ਅੱਜ ਡਿਸਕਸ ਕਰ ਲਿਆ ਹੈ ਰਿਮੇਨਿੰਗ ਹਾਫ ਆਈ ਵਿਲ ਡਿਸਕਸ ਇਨ ਮਾਈ ਨੈਕਸਟ ਲੈਕਚਰ ਧਿਆਨ ਨਾਲ ਤੁਸੀਂ ਲੈਕਚਰ ਨੂੰ ਸੁਣਨਾ ਔਰ ਆਪਣੀ ਬੁੱਕ ਤੋਂ ਫਰਸਟ ਲਾਅ ਸੈਕੰਡ ਲਾਅ ਔਰ ਜੋ ਕੁਝ ਟਰਮਸ ਆਪਾਂ ਪਹਿਲਾਂ ਪੜ੍ਹੀਆਂ ਨੇ ਉਹ ਉੱਥੋਂ ਰੀਡ ਵੀ ਕਰਨੀਆਂ ਨੇ ਓਕੇ ਸਟੂਡੈਂਟਸ